भी सच नानक होसी भी सच। कहाँ बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप लियो तुम कथा सुधारी। सतनाम श्री वाहिगुरु साहिब जी। गुजरी महला तीजा। तिस जन सात सदा मत नेचल, जिसका अभिमान गवाए। सो जन निर्मल जे गुरमुख बूझै, हर चरणी चित लाए। हर चेत अचेत मना, जो इच्छै सो फल होई। गुर प्रसादी हर रस पावै, पीवत रहे सदा सुख होई। रहाओ सतगुर भेटे तां पारस होवै, पारस होए तां पूज कराए। जो उस पूजै सो फल पाए, दीखिया देवै साच बुझाए। विन पारसै पूज न होवे, विन मन परचे अवरा समझाए। गुरु सदाए अज्ञानी अंधा, किस ओह मार्ग पाए। नानक बिन नदरी किछु ना पाईऐ, जिसनो नदर करे सो पाए। गुर प्रसादी दे वड्याई, अपना शब्द वरताए। नानक बिन नदरी किछु ना पाईऐ, जिस नदर करे सो पाए। गुर प्रसादी दे वड्याई, अपना शब्द वरताए। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत जीओ। इस पावन स्थान ते गुरबाणी की जो लड़ीवार कथा चल रही है, तिस दे तहत गुजरी राग दे विच इस समय गुरु अमरदास महाराज जी की पावन बाणी विचों पावन शब्द का पाठ आप जी ने सरवण किया है। सतगुरु जी के ये अमृत बचन श्री गुरु ग्रंथ साहिब महाराज जी के पावन अंग 491 ते सुभाएमान हन, अंकित हन। सारी बाणी दे विच संसार नूं, कुल संसार की मनुखता नूं वाहिगुरु पातशाह जी के मिलाप दा महाराज जी ने मार्ग दसिया है, उपदेश किया है। जिवें सारे ही संसार के जीवां दे जो तन की शरीर की लोड़ भोजन है, इस तरह आत्मा नूं परमात्मा के भजन की लोड़ है। संसार के किसी भी कोने विच मनुख होवे, उस दे शरीर नूं भोजन चाहिदा है। इस तरह संसार के किसी भी कोने विच मनुख है, उन्होंने रब का भजन बंदगी सिमरन भी करना चाहिदा है। जिवें भोजन तो बिना ये शरीर दुर्बल हो जाता है अते इनू कई तरह दीयां बीमारियां लग जांदियां हन, इस तरह भजन तो बिना साडे मन नूं कई तरह के विकार बीमारियां कलेश लग जाते हैं। उस करके मनुख फिर भावें वो जिथे मर्जी होवे वो दुखी रहेगा। जिवें मनुख के तन नूं कोई रोग लगा है, वो जिहड़े मर्जी मुल्क में चला जावे, उस दे तन की पीड़ा रोग उसनूं दुखी करेगी। इस तरह जदों मन विकारी हो गया, भजन बंदगी तो बिना मनुख का मन किसी भी थां ते जाके रहे,
ਉੱਥੇ ਵੀ ਉਹ ਦੁਖੀ ਰਹੇਗਾ। ਤਾਂ ਹੀ ਮਹਾਰਾਜ ਨੇ ਆਖਿਆ ਹੈ, ਨਾਨਕ ਦੁਖੀਆ ਸਭ ਸੰਸਾਰ। ਤੋ ਗੁਰਬਾਣੀ ਦੇ ਵਿੱਚ ਬਿਨਾਂ ਭੇਦ ਭਾਵ ਦੇ ਸਾਰੇ ਹੀ ਮਨੁੱਖਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਕਿ ਸਾਰੀ ਮਨੁੱਖਤਾ ਦਾ ਭਲਾ ਇੱਕੋ ਹੀ ਤਰੀਕੇ ਨਾਲ ਹੋ ਸਕਦਾ ਹੈ, ਉਹ ਹੈ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਕਰਕੇ ਇਸ ਪਾਵਨ ਸ਼ਬਦ ਦੇ ਵਿੱਚ ਜੋ ਫਰਮਾਨ ਕਰ ਰਹੇ ਨੇ, ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ ਔਰ ਆਪਾਂ ਯਤਨ ਕਰਾਂਗੇ ਅਗਲੇਰਾ ਸ਼ਬਦ ਵੀ ਉਹਦੀ ਵੀ ਵਿਚਾਰ ਦੀ ਸਾਂਝ ਪਾਈਏ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰ ਰਹੇ ਹਨ। ਗੁਜਰੀ ਮਹੱਲਾ ਤੀਜਾ। ਗੁਜਰੀ ਰਾਗ ਹੈ। ਜਿਸ ਦਿਨ ਇਸ ਰਾਗ ਦੀ ਆਰੰਭਤਾ ਹੋਈ ਸੀ, ਇਹ ਰਾਗ ਬਾਰੇ ਆਪਾਂ ਬੇਨਤੀ ਕੀਤੀ ਸੀ। ਇਹ ਟੋਡੀ ਰਾਗ ਦੀ ਠਾਠ ਵਿੱਚੋਂ ਪੈਦਾ ਹੋਇਆ ਹੈ ਔਰ ਇਸ ਨੂੰ ਗਾਉਣ ਦਾ ਸਮਾਂ ਦਿਨ ਦੀਆਂ 4 ਘੜੀਆਂ ਸਮਾਂ ਲੰਘ ਚੁੱਕਾ ਹੋਵੇ, ਫਿਰ ਗੁਰੂ ਪਾਤਸ਼ਾਹ ਜੀ ਹੁਕਮ ਕਰਦੇ ਨੇ ਇਸ ਨੂੰ ਉਸ ਵੇਲੇ ਗਾਉਣਾ ਹੈ ਔਰ ਇਸ ਰਾਗ ਦੇ ਵਿੱਚ ਜਿਹੜੇ ਸ਼ਬਦ ਨੇ ਉਸੇ ਤਰ੍ਹਾਂ ਵਿਧੀ ਨਾਲ ਉਹਨਾਂ ਨੂੰ ਗਾਉਣ ਦਾ ਗੁਰੂ ਪਾਤਸ਼ਾਹ ਜੀ ਵੱਲੋਂ ਹੁਕਮ ਹੈ। ਇਹ ਜਿੰਨੇ ਵੀ ਸ਼ਬਦ ਇੱਥੇ ਚੱਲ ਰਹੇ ਹਨ, ਇਹ ਪਹਿਲੇ ਘਰ ਵਿੱਚ ਗਾਉਣ ਦਾ ਮਹਾਰਾਜ ਜੀ ਵੱਲੋਂ ਹੁਕਮ ਹੈ ਇਹਨਾਂ ਨੂੰ। ਤੇ ਪਾਤਸ਼ਾਹ ਜੀ ਫਰਮਾਨ ਕੀਤਾ ਹੈ, ਤਿਸ ਜਨ ਸਾਤ ਸਦਾ ਮਤ ਨੇਚਲ, ਜਿਸ ਕਾ ਅਭਿਮਾਨ ਗਵਾਏ। ਕਿਸ ਮਨੁੱਖ ਨੂੰ ਸ਼ਾਂਤੀ ਮਿਲਦੀ ਹੈ? ਜਿਹਦੀ ਮਤ ਨੇਚਲ ਹੋ ਜਾਵੇ। ਮਤ ਨੇਚਲ ਕਿਹਦੀ ਹੁੰਦੀ ਹੈ? ਨੇਚਲ ਮਤ ਦਾ ਭਾਵ ਹੈ ਇੱਕ ਪਾਸੇ ਖੋਜ ਵਿੱਚ ਲੱਗ ਜਾਣਾ, ਰੱਬ ਦੇ ਵਾਲੇ ਪਾਸੇ ਲੱਗ ਜਾਣਾ। ਮਤ ਉਹੀ ਮਨੁੱਖ ਇੱਕ ਪਾਸੇ ਇਕਾਗਰ ਹੁੰਦਾ ਹੈ ਜਿਸ ਦੀ ਹਉਮੈ ਚਲੀ ਗਈ ਹੈ। ਜਿਸ ਮਨੁੱਖ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਹਉਮੈ ਹੈ, ਉਹ ਟਿਕ ਕੇ ਨਹੀਂ ਬੈਠੇਗਾ, ਉਹ ਇੱਕ ਪਾਸੇ ਧਿਆਨ ਨਹੀਂ ਜੋੜ ਸਕੇਗਾ, ਕਿਉਂਕਿ ਸਾਡੀ ਜਿਹੜੀ ਹਉਮੈ ਹੈ ਸਾਨੂੰ ਟਿਕਣ ਨਹੀਂ ਦਿੰਦੀ। ਮੈਂ ਇਹ ਕੰਮ ਕਰਨਾ ਹੈ, ਮੈਂ ਇਹ ਕੰਮ ਕਰਨਾ, ਮੈਂ ਉਹ ਕਰਨਾ ਹੈ। ਇਹ ਸਾਡੀ ਹਉਮੈ ਦਾ ਵਾਰਤਾ ਸਾਰਾ ਕੁਝ। ਮਹਾਰਾਜ ਨੇ ਆਸਾ ਕੀ ਵਾਰ ਦੀ ਪਿੱਛੇ ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਮਹਾਰਾਜ ਕਹਿੰਦੇ ਹਉਮੈ ਨੂੰ ਬੁੱਝ ਲਓ, ਹਉਮੈ ਕੀ ਚੀਜ਼ ਹੈ, ਤੇ ਰੱਬ ਦੇ ਦਰ ਘਰ ਦੀ ਸਮਝ ਆ ਜਾਵੇਗੀ। ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਜਦੋਂ ਤੱਕ ਆਪਾਂ ਨੂੰ ਹਉਮੈ ਦਾ ਨਹੀਂ ਪਤਾ ਲੱਗਦਾ, ਉਦੋਂ ਤੱਕ ਆਪਾਂ ਨੂੰ ਰੱਬ ਦੇ ਦਰ ਘਰ ਦੀ ਸੋਝੀ ਨਹੀਂ ਆਵੇਗੀ। ਅਤੇ ਜਦੋਂ ਤੱਕ ਮਾਰਗ ਦੀ ਸੋਝੀ ਨਹੀਂ ਆਉਂਦੀ, ਸਾਨੂੰ ਆਪਾਂ ਭਟਕਾਂਗੇ। ਆਪਾਂ ਕਿਸੇ ਪਾਸੇ ਜਾਣਾ, ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿਹੜੇ ਪਾਸੇ ਜਾਣਾ, ਆਪਾਂ ਭਟਕੀ ਜਾਵਾਂਗੇ, ਖੁਆਰ ਹੋਵਾਂਗੇ। ਪਰ ਜਦੋਂ ਪਤਾ ਲੱਗ ਗਿਆ ਵੀ ਇਹ ਮੇਰਾ ਰਸਤਾ ਹੈ, ਇਹ ਮੇਰੀ ਮੰਜ਼ਿਲ ਹੈ, ਅਤੇ ਮਨੁੱਖ ਫਿਰ ਭਟਕਦਾ ਨਹੀਂ, ਫਿਰ ਉਹ ਆਪਣੇ ਮਾਰਗ 'ਤੇ ਚੱਲੀ ਜਾਂਦਾ ਹੈ। ਹਉਮੈ ਨੂੰ ਬੁੱਝ ਲਵੋ। ਹਉਮੈ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਭਾਵ ਕਿ ਜੀਵ ਹਰ ਇੱਕ ਕਰਮ ਦੇ ਵਿੱਚ ਹਉਮੈ ਕਰਦਾ ਹੈ ਕਿ ਮੈਂ। ਬਸ ਉਸੇ ਕਰਕੇ ਸਾਨੂੰ ਆਤਮਿਕ ਸ਼ਾਂਤੀ, ਆਤਮਿਕ ਟਿਕਾ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ। ਜਿਸ ਦੇ ਅੰਦਰੋਂ ਵਾਹਿਗੁਰੂ ਨੇ ਹਉਮੈ ਖਤਮ ਕਰਤੀ, ਅਭਿਮਾਨ ਖਤਮ ਕਰਤਾ, ਉਹਨੂੰ ਟਿਕਾ ਮਿਲ ਜਾਂਦਾ ਹੈ, ਉਹਨੂੰ ਸ਼ਾਂਤੀ ਆਨੰਦ ਮਿਲ ਜਾਂਦਾ ਹੈ। ਸੋ ਜਨ ਨਿਰਮਲ, ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ। ਅਤੇ ਮਹਾਰਾਜ ਇਹ ਵੀ ਦੱਸੋ, ਵਾਹਿਗੁਰੂ ਕਿਹੜੀ ਹਉਮੈ ਦੂਰ ਕਰਦਾ ਹੈ, ਕਿਵੇਂ ਦੂਰ ਕਰਦਾ ਹੈ? ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਬਣ ਜਾਂਦਾ, ਜਿਹੜਾ ਗੁਰੂ ਦੀ ਗੱਲ ਮੰਨਣ ਲੱਗ ਜਾਵੇ, ਉਹ ਗੁਰਮੁਖ ਫਿਰ ਨਿਰਮਲ ਹੋ ਜਾਂਦਾ। ਸੋ ਜਨ ਨਿਰਮਲ, ਜੇ ਗੁਰਮੁਖ ਬੂਝੈ, ਜੇ ਗੁਰੂ ਵਾਲਾ ਬਣ ਕੇ ਗੁਰੂ ਦੀ ਗੱਲ ਨੂੰ ਬੁੱਝ ਲਵੇ, ਗੁਰੂ ਕੀ ਕਹਿ ਰਿਹਾ ਹੈ ਉਹਨੂੰ ਸਮਝ ਲਵੇ,
ਬੁੱਝਣ ਤੋਂ ਭਾਵ ਹੈ ਸਮਝ ਲੈਣਾ। ਗੁਰੂ ਮਹਾਰਾਜ ਸਾਨੂੰ ਕੀ ਕਹਿੰਦੇ ਨੇ ਆਪਾਂ ਉਹਨੂੰ ਸਮਝ ਲਈਏ ਬਸ, ਕਿ ਗੁਰੂ ਸਾਨੂੰ ਕੀ ਕਹਿ ਰਹੇ ਨੇ। ਜਦੋਂ ਉਹਨੂੰ ਸਮਝ ਲਵਾਂਗੇ, ਮਹਾਰਾਜ ਕਹਿੰਦੇ ਫਿਰ ਇਹ ਨਿਰਮਲ ਹੋ ਜਾਂਦਾ ਹੈ, ਕਿਉਂਕਿ ਫਿਰ ਇਹਦੇ ਅੰਦਰ ਉਹ ਵਿਚਾਰਧਾਰਾ ਚੱਲ ਪੈਂਦੀ ਹੈ ਗੁਰੂ ਵਾਲੀ। ਤੁਸੀਂ ਕੋਈ ਕਿਤਾਬ ਪੜ੍ਹਨ ਲੱਗ ਜਾਓ, ਤੁਹਾਡੇ ਅੰਦਰ ਉਸ ਤਰ੍ਹਾਂ ਦੇ ਖਿਆਲ ਪੈਦਾ ਹੋਣ ਲੱਗ ਜਾਣਗੇ। ਜਿਸ ਤਰ੍ਹਾਂ ਦੀ ਵੀ ਤੁਹਾਡੇ ਹੱਥ ਵਿੱਚ ਬੁੱਕ ਹੈ, ਕਿਤਾਬ ਹੈ, ਉਹ ਪੜ੍ਹੋ, ਉਸ ਤਰ੍ਹਾਂ ਦਾ ਤੁਹਾਡੇ ਅੰਦਰ ਖਿਆਲ ਬਣਨ ਲੱਗ ਜਾਣਗੇ। ਉਸ ਕਿਤਾਬ ਨੂੰ 2, 4, 10 ਵਾਰੀ ਪੜ੍ਹੋਗੇ ਅਤੇ ਤੁਸੀਂ ਉਹ ਕਿਤਾਬ ਦਾ ਹੀ ਰੂਪ ਹੋ ਜਾਵੋਗੇ। ਇਸੇ ਤਰ੍ਹਾਂ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ, ਗੁਰੂ ਨੂੰ ਵਾਰ-ਵਾਰ ਸੁਣਾਂਗੇ, ਅਤੇ ਸਾਡੇ ਅੰਦਰ ਫਿਰ ਗੁਰੂ ਦੀ ਵਿਚਾਰਧਾਰਾ ਚੱਲ ਪਵੇਗੀ। ਉੱਥੇ ਸਾਡੇ ਵਾਲੇ ਖਿਆਲਾਤ ਉਹ ਖਤਮ ਹੋ ਜਾਣਗੇ। ਅਤੇ ਮਹਾਰਾਜ ਕਹਿੰਦੇ ਹਰ ਚਰਣੀ ਚਿੱਤ ਲਾਏ, ਉਹ ਗੁਰਮੁਖ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਚਿੱਤ ਲਾ ਲੈਂਦਾ ਹੈ। ਜਿਹੜਾ ਵਾਹਿਗੁਰੂ ਦੇ ਚਰਨਾਂ ਵਿੱਚ ਚਿੱਤ ਲਾਉਂਦਾ ਹੈ, ਉਹਨੂੰ ਸਮਝ ਆਉਣ ਲੱਗ ਜਾਂਦੀ ਹੈ, ਉਹ ਨਿਰਮਲ ਹੋ ਜਾਂਦਾ ਹੈ, ਅਤੇ ਵਾਹਿਗੁਰੂ ਉਹਦਾ ਹੰਕਾਰ ਆਪ ਦੂਰ ਕਰ ਦਿੰਦਾ ਹੈ। ਹਰ ਚੇਤ ਅਚੇਤ ਮਨਾ, ਜੋ ਇੱਛੈ ਸੋ ਫਲ ਹੋਈ। ਮਹਾਰਾਜ ਕਹਿੰਦੇ ਹੇ ਗਾਫਲ ਮਨ, ਵਾਹਿਗੁਰੂ ਵਾਹਿਗੁਰੂ ਜਪ। ਵੇਖੋ ਇੱਥੇ ਤਨ ਨੂੰ ਨਹੀਂ ਕਿਹਾ, ਇੱਥੇ ਮਨ ਨੂੰ ਕਿਹਾ ਹੈ। ਆਪਾਂ ਹੁਣ ਤਨ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਪਰ ਮਨ ਨਹੀਂ ਕਰਦਾ। ਮਹਾਰਾਜ ਕਹਿੰਦੇ ਹਰ ਚੇਤ, ਵਾਹਿਗੁਰੂ ਨੂੰ ਚੇਤੇ ਕਰ। ਅਚੇਤ ਮਨਾ, ਹੇ ਗਾਫਲ ਮਨ, ਵਾਹਿਗੁਰੂ ਵਾਹਿਗੁਰੂ ਜਪ। ਫਿਰ ਕੀ ਹੋਵੇਗਾ? ਜੋ ਇੱਛਾ ਸੋ ਫਲ ਹੋਈ। ਜੋ ਵੀ ਤੂੰ ਇੱਛਾ ਕਰੇਗਾ ਉਹ ਫਲ ਤੈਨੂੰ ਮਿਲ ਜਾਵੇਗਾ। ਮਨ ਦੀ ਭਟਕਣਾ ਬਹੁਤੀ ਇਸੇ ਕਰਕੇ ਹੈ ਕਿਉਂਕਿ ਕਹਿੰਦਾ ਮੇਰੇ ਕੋਲ ਇਹ ਚੀਜ਼ ਨਹੀਂ ਹੈ, ਮੈਂ ਇਸ ਪੱਖ ਤੋਂ ਅਧੂਰਾ ਹਾਂ। ਮਨ ਜ਼ਿਆਦਾ ਭਟਕਦਾ ਤਾਂ ਹੈ। ਪਰ ਮਹਾਰਾਜ ਕਹਿੰਦੇ ਜਦੋਂ ਤੂੰ ਨਾਮ ਜਪੇਂਗਾ ਨਾ, ਤੇਰੀ ਜੋ ਵੀ ਕੋਈ ਇੱਛਾ ਹੈ ਉਹ ਵਾਹਿਗੁਰੂ ਪੂਰੀ ਕਰ ਦੇਵੇਗਾ। ਜੋ ਵੀ ਇੱਛਾ ਕਰੇਗਾ, ਜੋ ਇੱਛਾ ਹੈ, ਇੱਥੇ ਕੋਈ ਪਾਬੰਦੀ ਨਹੀਂ ਹੈ ਵੀ ਤੂੰ ਇਹ ਇੱਛਾ ਕਰ ਲੈ। ਜੋ ਵੀ ਇੱਛਾ ਕਰੇਗਾ ਉਹ ਫਲ ਤੈਨੂੰ ਮਿਲ ਜਾਵੇਗਾ। ਗੁਰ ਪ੍ਰਸਾਦੀ ਹਰ ਰਸ ਪਾਵੈ, ਪੀਵਤ ਰੇ ਸਦਾ ਸੁਖ ਹੋਈ। ਅਤੇ ਮਹਾਰਾਜ ਕਹਿੰਦੇ ਜਦੋਂ ਕੋਈ ਨਾਮ ਜਪਦਾ ਹੈ ਨਾ, ਤਾਂ ਉਹਦੇ 'ਤੇ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦਾ ਨਾਮ ਰਸ ਪੀਣ ਲੱਗ ਜਾਂਦਾ ਹੈ। ਜਦੋਂ ਨਾਮ ਰਸ ਆ ਗਿਆ ਨਾ, ਤਾਂ ਉਸ ਨੂੰ ਪੀ ਕੇ ਸਦੀਵੀ ਸੁੱਖ ਮਿਲ ਜਾਂਦਾ ਹੈ। ਫਿਰ ਹੋਰ ਕੋਈ ਇੱਛਾ ਰਹਿ ਹੀ ਨਹੀਂ ਜਾਂਦੀ। ਜਦੋਂ ਕੋਈ ਨਾਮ ਜਪਦਾ ਹੈ, ਨਾਮ ਦਾ ਰਸ ਆਉਣ ਲੱਗ ਪਿਆ ਨਾ, ਫਿਰ ਕੋਈ ਦੁਨੀਆ ਦਾ ਕਿਸੇ ਵੀ ਤਰ੍ਹਾਂ ਦਾ ਫੁਰਨਾ ਪੈਦਾ ਹੀ ਅੰਦਰ ਨਹੀਂ ਹੁੰਦਾ। ਐਸੀ ਹੈ, ਐਸੀ ਮਨ ਦੇ ਵਿੱਚ ਪਰਪਕਤਾ ਆ ਜਾਂਦੀ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਸਤਿਗੁਰ ਭੇਟੇ ਤਾਂ ਪਾਰਸ ਹੋਵੈ, ਪਾਰਸ ਹੋਏ ਤਾਂ ਪੂਜ ਕਰਾਏ। ਸਤਿਗੁਰੂ ਨੂੰ ਮਿਲ ਕੇ ਮਨੁੱਖ ਪਾਰਸ ਹੋ ਜਾਂਦਾ ਹੈ। ਪਾਰਸ ਉਹ ਹੈ। ਸੋਨਾ ਕਿਸੇ ਧਾਤ ਨੂੰ ਕੀਮਤੀ ਨਹੀਂ ਕਰ ਸਕਦਾ, ਚਾਂਦੀ, ਲੋਹਾ, ਤਾਂਬਾ, ਜਿਸਤ ਇਤਿਆਦਿਕ। ਪਰ ਪਾਰਸ ਵਿੱਚ ਇਹ ਗੁਣ ਹੈ ਕਿ ਉਹ ਦੂਜੀਆਂ ਧਾਤਾਂ ਨੂੰ ਸੋਨਾ ਬਣਾ ਦਿੰਦਾ। ਉਹਦੇ ਨਾਲ ਲੋਹਾ ਲਾਓ, ਤਾਂਬਾ ਲਾਓ, ਕਾਂਸੀ ਲਾਓ, ਹੋਰ ਧਾਤਾਂ ਜਿਹੜੀਆਂ ਮਰਜ਼ੀ ਲਾਓ, ਉਹਨਾਂ ਨੂੰ ਸੋਨਾ ਬਣਾ ਦਿੰਦਾ, ਕੀਮਤੀ ਕਰ ਦਿੰਦਾ ਹੈ। ਇਸੇ ਤਰ੍ਹਾਂ ਜਿਹਨੇ ਨਾਮ ਜਪਿਆ, ਬੰਦਗੀ ਕੀਤੀ, ਉਹਦੇ ਵਿੱਚ ਇਹ ਗੁਣ ਆ ਜਾਂਦਾ ਹੈ, ਉਹ ਦੂਜਿਆਂ ਦਾ ਵੀ ਭਲਾ ਕਰ ਦਿੰਦਾ ਹੈ। ਉਹਦੇ ਵਿੱਚ ਇੰਨੀ ਪਾਵਰ ਆ ਜਾਂਦੀ ਨਾਮ ਜਪਣ ਕਰਕੇ, ਉਹ ਦੂਜਿਆਂ ਨੂੰ ਵੀ ਸਿੱਧੇ ਮਾਰਗ 'ਤੇ ਪਾ ਦਿੰਦਾ ਹੈ। ਸਤਿਗੁਰ ਭੇਟੇ ਤਾਂ ਪਾਰਸ ਹੋਵੈ।
ਸਤਿਗੁਰੂ ਨੂੰ ਮਿਲ ਕੇ ਜੀਵ ਪਾਰਸ ਦੀ ਤਰ੍ਹਾਂ ਹੋ ਜਾਂਦਾ ਹੈ। ਪਾਰਸ ਹੋਏ ਤਾਂ ਪੂਜ ਕਰਾਏ। ਜਦੋਂ ਮਨੁੱਖ ਪਾਰਸ ਬਣ ਗਿਆ, ਦੁਨੀਆ ਵਿੱਚ ਇਹਦੀ ਸਤਿਕਾਰ ਹੋਣ ਲੱਗ ਜਾਂਦਾ ਹੈ, ਦੁਨੀਆ ਵਿੱਚ ਇਹਦੀ ਕਦਰ ਹੋਣ ਲੱਗ ਜਾਂਦੀ ਹੈ। ਹੁਣ ਵੇਖੋ, ਜਿਹੜੇ ਗੁਰਮੁਖ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਕਿਉਂ ਕਰਦੇ ਹਾਂ? ਬਾਣੀ ਪੜ੍ਹਨ ਕਰਕੇ। ਨਹੀਂ ਤਾਂ ਉਹਨਾਂ ਵਰਗੇ ਸਰੀਰ ਤਾਂ ਹੋਰ ਵੀ ਤੁਰੇ ਫਿਰਦੇ ਨੇ, ਆਪਾਂ ਉਹਨਾਂ ਨੂੰ ਨਹੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਕਦੇ। ਗੁਰਮੁਖਾਂ ਨੂੰ ਕਿਉਂ? ਕਿਉਂਕਿ ਉਹ ਬਾਣੀ ਪੜ੍ਹਦੇ, ਨਾਮ ਜਪਣ ਕਰਕੇ ਉਹਨਾਂ ਦਾ ਸਤਿਕਾਰ ਹੁੰਦਾ ਹੈ, ਨਾਮ ਕਰਕੇ, ਬਾਣੀ ਕਰਕੇ। ਮਹਾਰਾਜ ਕਹਿੰਦੇ, ਜੋ ਸਪੂਜੇ ਸੋ ਬਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਜਿਸ ਗੁਰਮੁਖ ਦੇ ਅੰਦਰ ਸ਼ਬਦ ਵਸ ਗਿਆ ਹੈ, ਉਹਦਾ ਜਿਹੜਾ ਸਤਿਕਾਰ ਕਰੇਗਾ, ਜੋ ਸਪੂਜੇ ਸੋ ਫਲ ਪਾਏ, ਉਹਨੂੰ ਵੀ ਮਨ ਇੱਛਤ ਫਲ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਦੀ ਕਰਨੀ ਉੱਚੀ ਹੋਵੇ, ਬੰਦਗੀ ਦੇ ਵਿੱਚ ਜੁੜਿਆ ਹੋਵੇ, ਉਹਦੀ ਸੇਵਾ ਕਰਨ ਦਾ ਵੀ ਬੜਾ ਵੱਡਾ ਭਾਰੀ ਮਹਾਤਮ ਹੈ। ਜੋ ਸਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਉਹ ਗੁਰਮੁਖ ਦੀ ਰੋਹ ਰੀਤੀ ਕੀ ਹੈ? ਮਹਾਰਾਜ ਕਹਿੰਦੇ, ਉਹ ਦੂਜਿਆਂ ਨੂੰ ਵੀ, ਦੀਖਿਆ ਦਾ ਭਾਵ ਹੈ ਗਿਆਨ, ਸਿਕਸ਼ਾ ਦੇਣੀ। ਉਹ ਦੂਜਿਆਂ ਨੂੰ ਵੀ ਕਹਿੰਦਾ, ਭਾਈ ਰੱਬ ਦੇ ਨਾਲ ਜੁੜੋ, ਨਾਮ ਦੇ ਨਾਲ ਜੁੜੋ। ਜਿਵੇਂ ਵਜ਼ੀਰ ਖਾਂ ਦਾ ਜ਼ਿਕਰ ਸੁਣਿਆ ਹੋਣਾ ਹੈ। ਵਜ਼ੀਰ ਖਾਂ ਜਿਹੜਾ ਸੀ, ਇਹ ਜਹਾਂਗੀਰ ਬਾਦਸ਼ਾਹ ਦੇ ਕੋਲ ਵਜ਼ੀਰ ਸੀ, ਇਹਦਾ ਨਾਮ ਹੀ ਵਜ਼ੀਰ ਖਾਂ ਸੀ। ਗੁਰੂ ਘਰ 'ਤੇ ਸ਼ਰਧਾ ਰੱਖਦਾ ਸੀ। ਇਹਦੇ ਪੇਟ ਵਿੱਚ ਨਾ ਰੋਗ ਹੋ ਗਿਆ ਜਲੋਧਰ ਦਾ, ਉਹਨੂੰ ਕਹਿੰਦੇ ਨੇ ਜਲੋਧਰ ਦਾ ਰੋਗ, ਅੱਜ ਕੱਲ੍ਹ ਵੀ ਹੁੰਦਾ ਹੈ। ਉਹ ਪੇਟ ਵਿੱਚ ਪਾਣੀ ਭਰ ਜਾਂਦਾ ਹੈ, ਬੜੀ ਭਾਰੀ ਪੀੜਾ ਹੁੰਦੀ ਹੈ। ਉਹ ਆਪਾਂ ਵੇਖਦੇ ਹਾਂ ਅੱਜ ਤੱਕ ਜੇ ਸਾਇੰਸ ਕੋਲ ਉਹਦਾ ਕੋਈ ਇਲਾਜ ਨਹੀਂ ਬਣਿਆ। ਉਹ ਪਾਣੀ ਕੱਢਦੇ ਨੇ ਸਰਿੰਜਾਂ ਨਾਲ। ਜਿਹਨੂੰ ਇਹ ਰੋਗ ਹੋ ਜਾਏ, ਉਹ ਬੰਦਾ ਬਹੁਤਾ ਸਮਾਂ ਨਹੀਂ ਬਚਦਾ ਹੁੰਦਾ। ਅੱਜ ਵੀ ਉਹ ਰੋਗ ਹੋ ਜਾਂਦਾ ਹੈ। ਇਹਦੇ ਪੇਟ ਵਿੱਚ ਉਹ ਰੋਗ ਬਣ ਗਿਆ। ਇਲਾਜ ਬੜੇ ਕੀਤੇ, ਕਿਉਂਕਿ ਵਜ਼ੀਰ ਸੀ, ਦੇਖੋ ਮੰਤਰੀ ਸੀ, ਪਰ ਕਿਤੋਂ ਆਰਾਮ ਨਾ ਆਇਆ। ਦਿੱਲੀ ਦੇ ਵਿੱਚ ਇੱਕ ਸਿੱਖ ਬਾਣੀ ਪੜ੍ਹਦਾ ਹੈ, ਗੁਰਮੁਖ ਕਰਕੇ ਉਹਦਾ ਨਾਮ ਆਇਆ। ਉਹ ਬੜੇ ਸੋਹਣੀ ਸਾਹਿਬ ਵੀ ਅੰਮ੍ਰਿਤ ਵੇਲੇ ਪੜ੍ਹਦਾ ਅਭਿਆਸ ਕਰਦਾ ਹੈ। ਉਸ ਸਮੇਂ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਦਾ ਸਮਾਂ, ਅਤੇ ਇਹ ਅੰਮ੍ਰਿਤ ਵੇਲੇ ਉਸ ਰੋਗ ਕਰਕੇ ਤੜਪ ਰਿਹਾ। ਆਪਣੇ ਜਿਹੜਾ ਇਹਦਾ ਮਹੱਲ ਸੀ, ਉਹਦੀ ਬਾਹਰ ਜਿਹੜਾ ਸੜਕ ਦੇ ਉੱਪਰ ਜਿਹੜੇ ਪਾਸੇ ਬਾਰੀ ਖੁੱਲ੍ਹਦੀ, ਉੱਥੇ ਬੈਠਾ ਹੋਇਆ ਹੈ। ਇਹਦੇ ਕੰਨਾਂ ਦੇ ਵਿੱਚ ਉਹ ਸਿੱਖ ਬਾਣੀ ਪੜ੍ਹਦਾ ਆ ਰਿਹਾ ਦੂਰੋਂ, ਅਤੇ ਆਵਾਜ਼ ਪੈ ਰਹੀ ਹੈ। ਉਹ ਬਾਣੀ ਸੁਣ ਕੇ 2-4 ਦਿਨ ਦੀਆਂ ਵੀ ਪੰਕਤੀਆਂ ਇਹਦੇ ਕੰਨਾਂ ਵਿੱਚ ਪਈਆਂ। ਇਹਨੂੰ ਕੁਝ ਸੁੱਖ ਮਿਲਿਆ। ਇਹਨੇ ਪਤਾ ਕਰਾਇਆ ਵੀ ਉਹ ਸਵੇਰੇ ਕੌਣ ਲੰਘਾ ਸੀ। ਪਤਾ ਲੱਗ ਗਿਆ। ਉਹ ਗੁਰਸਿੱਖ ਬੁਲਾਇਆ ਬੜਾ ਸਤਿਕਾਰ ਨਾਲ। ਕਹਿੰਦੇ ਵੀ ਉਹ ਤੁਸੀਂ ਸਵੇਰੇ ਕੀ ਪੜ੍ਹ ਰਹੇ ਸੀ? ਕਹਿੰਦੇ ਵੀ ਮੈਂ ਪੰਜਵੇਂ ਪਾਤਸ਼ਾਹ ਦੀ ਉਚਾਰਨ ਕੀਤੀ ਬਾਣੀ ਸੁਖਮਨੀ ਸਾਹਿਬ ਉਹ ਪੜ੍ਹ ਰਿਹਾ ਸੀ। ਕਹਿੰਦਾ ਮੈਨੂੰ ਸਾਰਾ ਪਾਠ ਸੁਣਾਓ। ਚੰਦਨ ਦੀ ਚੌਂਕੀ ਲਿਆ ਕੇ ਬਿਠਾ ਕੇ ਬੜੇ ਸਤਿਕਾਰ ਨਾਲ ਕਹਿੰਦੇ ਪਾਠ ਸੁਣਾਓ। ਉੱਚਾ ਬਿਠਾ ਕੇ ਆਪ ਨੀਵਾਂ ਬੈਠ ਗਿਆ। ਇਹ ਵਜ਼ੀਰ ਖਾਂ ਸਾਰਾ ਪਾਠ ਇਹਨੇ ਸੁਣਿਆ, ਅਤੇ ਇਹਦਾ ਜਿਹੜਾ ਦਰਦ ਸੀ ਉਹ ਬੰਦ ਹੋ ਗਿਆ, ਪਰ ਪੇਟ ਉਵੇਂ ਹੀ ਫੁੱਲਿਆ ਰਿਹਾ। ਤਾਂ ਇਹਨੇ ਕਿਹਾ, ਸਿੱਖ ਦਾ ਬੜਾ ਸਤਿਕਾਰ ਕੀਤਾ। ਕਹਿੰਦਾ ਵੀ ਤੁਹਾਡਾ ਬਹੁਤ ਧੰਨਵਾਦ। ਉਹ ਸਿੱਖ ਕਹਿੰਦਾ ਮੇਰਾ ਧੰਨਵਾਦ ਨਹੀਂ, ਧੰਨਵਾਦ ਹੈ ਗੁਰੂ ਅਰਜਨ ਦੇਵ ਜੀ ਦਾ। ਇਹ ਬਾਣੀ ਉਹਨਾਂ ਦੀ ਹੈ, ਸਾਡੀ ਕੀ ਹੈ? ਅਸੀਂ ਤਾਂ ਬਾਣੀ ਪੜ੍ਹਨ ਵਾਲੇ ਹਾਂ। ਅਤੇ ਜੇਕਰ ਪੂਰਾ ਤੂੰ ਠੀਕ ਹੋਣਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਚੱਲ। ਫਿਰ ਅੰਮ੍ਰਿਤਸਰ ਆਇਆ ਸੀ। ਸਾਖੀ ਆਪ ਜੀ ਨੇ ਪਹਿਲਾਂ ਵੀ ਸੁਣੀ ਹੋਵੇਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਇਸ਼ਾਰਾ ਕੀਤਾ। ਇਹਨੂੰ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਬੇਰੀ, ਉੱਥੇ ਲੰਮਾ ਪਾਇਆ ਗਿਆ। ਬਾਬਾ ਬੁੱਢਾ ਸਾਹਿਬ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ। ਉਸ ਸਮੇਂ ਇੱਕ ਸੇਵਾ ਚੱਲ ਰਹੀ ਸੀ ਅੰਮ੍ਰਿਤ ਸਰੋਵਰ ਦੀ, ਮਿੱਟੀ ਕੱਢੀ ਜਾ ਰਹੀ ਸੀ। ਇੱਕ ਸਿੱਖ ਨੇ ਮਿੱਟੀ ਦਾ ਟੋਕਰਾ ਭਰਿਆ, ਲਿਆ ਕੇ ਇਹਦੇ ਪੇਟ ਦੇ ਉੱਪਰ ਸੁੱਟਿਆ। ਉਹ ਪੇਟ ਬਿਲਕੁਲ ਠੀਕ ਹੋ ਗਿਆ, ਨਾਲ ਲੱਗ ਗਿਆ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਇਹਨੇ ਵਾਰ-ਵਾਰ ਨਮਸਕਾਰ ਕੀਤੀ। ਸਿੱਖ ਨੂੰ ਮਹਾਰਾਜ ਕਹਿਣ ਲੱਗੇ ਪੰਜਵੇਂ ਪਾਤਸ਼ਾਹ ਵੀ ਇਹ ਤੂੰ ਰੋਗ ਉੱਥੇ ਹੀ ਠੀਕ ਕਰ ਦੇਣਾ ਸੀ ਬਾਣੀ ਪੜ੍ਹ ਕੇ, ਬਾਣੀ ਦਾ ਮਹਾਤਮ ਹੈ।
ਤਾਂ ਸਿੱਖ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਹੋ ਤਾਂ ਉੱਥੇ ਹੀ ਠੀਕ ਜਾਣਾ ਸੀ, ਪਰ ਜੇ ਮੈਂ ਠੀਕ ਕਰ ਦਿੰਦਾ ਇਹਨਾਂ ਨੇ ਮੈਨੂੰ ਗੁਰੂ ਬਣਾ ਕੇ ਪੂਜਣ ਲੱਗ ਜਾਣਾ ਸੀ। ਮਹਾਰਾਜ ਅਸੀਂ ਸਿੱਖ ਹੀ ਠੀਕ ਹਾਂ। ਸਿੱਖ ਉਹੀ ਗੁਰਮੁਖ ਜਿਹੜਾ ਗੁਰੂ ਨਾਲ ਜੋੜੇ, ਰੱਬ ਨਾਲ ਜੋੜੇ, ਨਾ ਕਿ ਆਪ ਗੁਰੂ ਬਣ ਕੇ ਬੈਠ ਜਾਵੇ। ਮਹਾਰਾਜ ਕਹਿੰਦੇ ਭਾਈ ਜਿਹੜਾ ਸਿੱਖ ਹੈ ਉਹ ਆਪ ਜੁੜਦਾ ਹੈ, ਹੋਰਾਂ ਨੂੰ ਵੀ ਸੱਚਾ ਗਿਆਨ ਦਿੰਦਾ ਹੈ, ਆਪਣੀ ਪੂਜਾ ਕਰਨ ਨਹੀਂ ਲਾ ਦਿੰਦਾ। ਪਰ ਆਪਾਂ ਨੂੰ ਤਾਂ ਉਹ ਚੰਗਾ ਲੱਗਦਾ ਜਿਹੜਾ ਕਿ ਵੀ ਹਾਂ ਮੇਰੇ ਕੋਲੋਂ ਅਰਦਾਸ ਕਰਾਓ ਮੈਂ ਕਰ ਦਿਆਂਗਾ। ਜਿਹੜਾ ਸਾਨੂੰ ਸਹੀ ਮਾਰਗ ਦੱਸੇ ਆਪਾਂ ਉਹਦਾ ਸਤਿਕਾਰ ਨਹੀਂ ਕਰਦੇ। ਅੱਜ ਸਾਡੀ ਕੌਮ ਦੇ ਵਿੱਚ ਇਹ ਕੁਝ ਚੱਲ ਰਿਹਾ ਹੈ, ਤਾਂ ਹੀ ਇੰਨੇ ਡੇਰੇ ਖੁੱਲ੍ਹ ਗਏ ਨੇ। ਜਿਹੜਾ ਕੋਈ ਸਾਨੂੰ ਗੁਰੂ ਘਰ ਦਾ ਗ੍ਰੰਥੀ ਵਜ਼ੀਰ ਚੰਗਾ ਗਿਆਨ ਦੇਵੇ ਨਾ, ਆਪਾਂ ਉਹਦਾ ਸਤਿਕਾਰ ਨਹੀਂ ਕਰਦੇ। ਇਸੇ ਕਰਕੇ ਡੇਰੇ ਥਾਂ ਪਰ ਥਾਂ ਡੇਰੇ ਖੁੱਲ੍ਹਦੇ ਜਾ ਰਹੇ ਨੇ। ਤੁਹਾਨੂੰ ਕੋਈ ਡੇਰੇਦਾਰ ਆਖੇ ਵੀ ਇੰਨੀ ਭੇਟਾ ਦੇ, ਤੁਸੀਂ ਹੱਥ ਬਣ ਕੇ ਹੋਗੇ 7 ਵਜਨ ਜੀ, ਜੋ ਕਹਿ ਦੇ ਉਹ ਮੰਨੋਗੇ। ਪਰ ਗੁਰੂ ਘਰ ਦਾ ਵਜ਼ੀਰ ਕੋਈ ਗੱਲ ਕਹਿ ਦੇ ਤੇ ਆਪਾਂ ਸ਼ਿਕਾਇਤਾਂ ਲਾ ਦਿੰਦੇ ਹਾਂ। ਔਰ ਉਹ ਵੀ ਕੋਈ ਮਨ ਮਤ ਦੀ ਗੱਲ ਨਹੀਂ ਆਖੇਗਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਭਾਈ ਉਹ ਤਾਂ ਗੁਰੂ ਨਾਲ ਜੋੜਦਾ ਹੈ। ਪਰ ਦੂਜੇ ਪਾਸੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਵਿਣ ਪਾਰਸੈ ਪੂਜ ਨ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ। ਪਰ ਜਿਹਦੇ ਵਿੱਚ ਕੋਈ ਗੁਣ ਨਹੀਂ, ਪਾਰਸਾਂ ਵਾਲੀ ਤਬੀਅਤ ਨਹੀਂ ਹੈ, ਤੇ ਉਹ ਆਪਣੀ ਪੂਜਾ ਐਵੇਂ ਕਰਾਈ ਜਾਵੇ, ਐਵੇਂ ਝੂਠੇ ਦਾਅਵੇ ਕਰੀ ਜਾਵੇ। ਬਹੁਤੇ ਅੱਜ ਕੱਲ੍ਹ ਇਸੇ ਤਰ੍ਹਾਂ ਹੀ ਇਹ ਜਿੰਨਾ ਡੇਰਾਵਾਦ ਚੱਲਦਾ ਇਸੇ ਤਰ੍ਹਾਂ ਹੀ ਚੱਲਦਾ ਹੈ। 2-4 ਅੱਗੇ ਉਹਨਾਂ ਨੇ ਰੱਖੇ ਹੁੰਦੇ ਨੇ, ਉਹ ਕਹਿੰਦੇ ਬਾਬਾ ਜੀ ਤੇ ਬਸ ਉੱਥੇ ਇਹ ਕੰਮ ਕਰਤਾ, ਬਾਬਾ ਜੀ ਨੇ ਇਹ ਕਰ ਦਿੱਤਾ। ਲੋਕ ਫਿਰ ਭੱਜੇ ਆਉਂਦੇ ਨੇ ਵੀ ਸਾਡਾ ਵੀ ਕੰਮ ਹੋ ਜਾਵੇਗਾ। ਵਿਨ ਪਾਰਸੈ ਪੂਜ ਨ ਹੋਵਈ, ਵਿਨ ਮਨ ਪਰਚੇ ਅਵਰਾ ਸਮਝਾਏ। ਆਪਣਾ ਮਨ ਤਾਂ ਜੁੜਿਆ ਨਹੀਂ ਸ਼ਬਦ ਨਾਲ, ਆਪਣਾ ਕੋਈ ਨਿਤਨੇਮ ਕੋਈ ਅਭਿਆਸ ਨਹੀਂ ਹੈ, ਤੇ ਦੂਜਿਆਂ ਨੂੰ ਕਹਿੰਦਾ ਵੀ ਤੁਸੀਂ ਇੱਦਾਂ ਕਰ ਲਓ ਇੱਦਾਂ ਕਰ ਲਓ। ਗੁਰੂ ਸਦਾਏ ਅਗਿਆਨੀ ਅੰਧਾ ਕਿਸੋ ਮਾਰਗ ਪਾਏ। ਗੁਰੂ ਸਦਾਉਂਦਾ ਆਪਣੇ ਆਪ ਨੂੰ ਬੜਾ ਵੱਡਾ ਗੁਰੂ ਬਣ ਕੇ ਬੈਠਦਾ ਹੈ ਅਗਿਆਨੀ ਅੰਨਾ ਹੈ ਅੰਦਰੋਂ। ਉਹ ਕਿਸੇ ਦਾ ਵੀ ਭਲਾ ਨਹੀਂ ਕਰ ਸਕਦਾ, ਕਿਸੇ ਨੂੰ ਚੰਗੇ ਮਾਰਗ ਨਹੀਂ ਪਾ ਸਕਦਾ। ਉਹਨੇ ਸਗੋਂ ਹੋਰ ਪਾਸੇ ਹੀ ਤੋਰ ਦੇਣਾ ਵੀ ਤੁਸੀਂ ਇਹ ਕਰ ਲਓ, ਇੱਦਾਂ ਦੀ ਪੂਜਾ ਕਰ ਲਓ, ਇਹ ਕਰ ਲਓ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਨਾਨਕ ਬਿਨ ਨਜ਼ਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਵਾਹਿਗੁਰੂ ਦੀ ਨਜ਼ਰ ਨਾਲ, ਕਿਰਪਾ ਨਾਲ ਹੀ ਸਾਰਾ ਕੁਝ ਮਿਲਦਾ ਹੈ। ਤੇ ਵਾਹਿਗੁਰੂ ਦੀ ਨਜ਼ਰ ਕਿਹਨਾਂ 'ਤੇ ਹੁੰਦੀ ਹੈ? ਜਿਹੜੇ ਗੁਰੂ ਦੀ ਗੱਲ ਮੰਨਦੇ ਹਨ। ਵੇਖੋ ਸਰਕਾਰ ਕਿਹਨਾਂ ਨੂੰ ਵੱਡੀਆਂ ਨੌਕਰੀਆਂ ਦਿੰਦੀ ਹੈ, ਸਰਕਾਰ ਕਿਹਨਾਂ ਨੂੰ ਵੱਡੇ ਰੁਤਬੇ ਦਿੰਦੀ? ਜਿਹੜਾ ਟੀਚਰ ਦੀ, ਅਧਿਆਪਕ ਦੀ ਬੱਚਾ ਗੱਲ ਮੰਨਦਾ ਹੈ ਨਾ, ਭਾਵੇਂ ਉਹ ਪ੍ਰਾਇਮਰੀ ਸਕੂਲ ਦਾ ਹੀ ਟੀਚਰ ਹੋਵੇ, ਕਿਉਂਕਿ ਪੜ੍ਹਾਈ ਸ਼ੁਰੂ ਤਾਂ ਇੱਥੋਂ ਹੀ ਹੁੰਦੀ ਹੈ। ਜਿਹੜਾ ਆਪਣੇ ਗੁਰੂ ਦੀ, ਟੀਚਰ ਦੀ ਗੱਲ ਮੰਨੀ ਜਾਂਦਾ ਹੈ, ਪੜ੍ਹੀ ਜਾਂਦਾ ਹੈ, ਇੱਕ ਦਿਨ ਫਿਰ ਉਹਨੂੰ ਸਰਕਾਰ ਕੋਈ ਜੱਜ ਬਣ ਜਾਂਦਾ ਹੈ, ਕੋਈ ਜਰਨਲ ਬਣ ਜਾਂਦਾ ਹੈ, ਕੋਈ ਇੰਜੀਨੀਅਰ ਬਣ ਜਾਂਦਾ ਹੈ। ਗੁਰੂ ਤੋਂ ਬਿਨਾਂ, ਟੀਚਰ ਤੋਂ ਬਿਨਾਂ ਤਾਂ ਸਰਕਾਰ ਵੀ ਸਾਨੂੰ ਕੋਈ ਨੌਕਰੀ ਨਹੀਂ ਦਿੰਦੀ, ਕਿਉਂਕਿ ਉਹਨਾਂ ਨੇ ਕਹਿਣਾ ਕਿੱਥੋਂ ਪੜ੍ਹ ਕੇ ਆਏ ਹੋ, ਤੁਹਾਡਾ ਸਕੂਲ ਦਾ ਸਰਟੀਫਿਕੇਟ ਦਿਖਾਓ। ਇਸੇ ਤਰ੍ਹਾਂ ਸੱਚੀ ਸਰਕਾਰ ਵਾਹਿਗੁਰੂ, ਉਹ ਵੀ ਸਾਨੂੰ ਕੁਝ ਤਾਂ ਦੇਵੇਗੀ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਮੰਨਾਂਗੇ। ਜਦੋਂ ਇੱਥੇ ਬਹਿ ਕੇ ਪੜ੍ਹਾਈ ਕਰਾਂਗੇ, ਗੁਰੂ ਦੀ ਗੱਲ ਮੰਨਾਂਗੇ ਨਾ, ਬਸ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨ ਕੇ ਬਾਣੀ ਪੜ੍ਹੀ ਚੱਲੀਏ, ਨਾਮ ਜਪੀ ਚੱਲੀਏ, ਫਿਰ ਉਹਨੇ ਆਪੇ ਹੀ ਬਖਸ਼ਿਸ਼ ਕਰ ਦੇਣੀ ਹੈ। ਮਹਾਰਾਜ ਕਹਿੰਦੇ, ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਗੁਰੂ ਦੀ ਕਿਰਪਾ ਨਾਲ ਹੀ ਵਡਿਆਈਆਂ ਮਿਲਦੀਆਂ ਨੇ, ਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਮਿਲੇਗਾ। ਸਿੱਧਾ ਜਿਹਾ ਪ੍ਰਮਾਣ ਹੈ, ਬੱਚਾ ਸਕੂਲ ਵਿੱਚ ਅਧਿਆਪਕ ਦੀ ਗੱਲ ਮੰਨੀ ਜਾਵੇ, ਪੜ੍ਹਾਈ ਕਰੀ ਜਾਵੇ,
ਭਾਵੇਂ ਕਿੰਨਾ ਵੀ ਗਰੀਬ ਹੋਵੇ, ਗਰੀਬ ਘਰ ਦਾ ਬੱਚਾ ਵੀ ਹੋਵੇ, ਪੜ੍ਹਾਈ ਕਰੀ ਜਾਵੇ, ਇੱਕ ਦਿਨ ਕਿਸੇ ਨਾ ਕਿਸੇ ਮੁਰਾਦ ਪੇ 'ਤੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਕਿਸੇ ਵੀ ਪੱਖ ਤੋਂ ਡਾਊਨ ਹਾਂ, ਕਿਸੇ ਵੀ ਪੱਖ ਤੋਂ ਕਮਜ਼ੋਰ ਹਾਂ। ਮਹਾਰਾਜ ਕਹਿੰਦੇ ਪਾਸ਼ੰ ਕ੍ਰੋਧ ਅਗਰਣੀ ਬਣੈ, ਪਿੱਛੇ ਪਿਆ ਹੋਇਆਂ ਨੂੰ ਅੱਗੇ ਕਰ ਦਿੰਦਾ ਹੈ। ਕਿਸੇ ਵੀ ਪੱਖ ਤੋਂ ਪਿੱਛੇ ਰਹਿ ਗਿਆ ਹੈ। ਪਾਸ਼ੰ ਕ੍ਰੋਧ ਅਗਰਣੀ ਬਣੈ, ਨਿਰਾਸੰਗ ਆਸ ਪੂਰਨ ਹੈ। ਨਿਰਧਨ ਵਿਅੰਗ ਧਨਵੰਤ ਹੈ, ਰੋਗੀ ਅੰਗ ਰੋਗ ਖੰਡਣੈ। ਭਗਤ ਅੰਗ ਭਗਤ ਦਾਨ, ਰਾਮ ਨਾਮ ਗੁਣ ਕੀਰਤਨੈ। ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਗੁਰੂ ਦੀ ਸੇਵਾ ਵਿੱਚੋਂ ਕੀ ਕੁਝ ਨਹੀਂ ਮਿਲ ਸਕਦਾ, ਪਰ ਸ਼ਰਤ ਹੈ ਗੁਰੂ ਦੀ ਗੱਲ ਨੂੰ ਮੰਨੀ ਚਲੋ, ਕਰੀ ਚਲੋ। ਹੁਣ ਬੱਚਾ ਇੱਕ ਦਿਨ ਸਕੂਲ ਜਾ ਕੇ ਜਾਂ ਮਹੀਨਾ ਸਕੂਲ ਜਾ ਕੇ ਆਖੇ ਮੈਨੂੰ ਜੱਜ ਬਣਾ ਦਿਓ, ਥੋੜ੍ਹਾ ਬਣ ਜਾਏਗਾ। ਲੰਮੀ ਪੜ੍ਹਾਈ ਹੈ ਨਾ ਉਨੀ, ਜੇ ਕਿਸੇ ਨੇ ਚਪੜਾਸੀ ਲੱਗਣਾ, ਜੇ ਕਿਸੇ ਨੇ ਹੌਲਦਾਰ ਲੱਗਣਾ, ਸਿਪਾਹੀ ਲੱਗਣਾ, ਪੜ੍ਹਾਈ ਹੈ ਉਨੀ ਕੁ ਪੜ੍ਹਾਈ। ਜੇ ਵੱਡਾ ਮੁਰਾਦਬਾ ਹੈ ਉਨੀ ਵੱਡੀ ਪੜ੍ਹਾਈ ਹੈ। ਜੇ ਕੋਈ ਵੱਡੀ ਦਾਤ ਲੈਣੀ ਹੈ ਤੇ ਸਾਧਨਾ ਕਰੀ ਚਲੋ, ਬਾਣੀ ਪੜ੍ਹੀ ਚਲੋ। ਬਸ ਫਿਰ ਤਾਂ ਕਈ ਵਾਰ ਸਰਕਾਰ ਆਪ ਫੋਨ ਕਰ ਦਿੰਦੀ ਹੈ, ਪਤਾ ਲੱਗ ਜਾਂਦਾ ਵੀ ਫਲਾਣਾ ਬੰਦਾ ਇੰਨੀਆਂ ਡਿਗਰੀਆਂ ਉਹਦੇ ਕੋਲ, ਸਰਕਾਰ ਉਹਨੂੰ ਫੋਨ ਕਰਦੀ ਆ ਜਾ ਵੀ ਤੈਨੂੰ ਇਹ ਕੁਝ ਅਸੀਂ ਦੇਣਾ ਹੈ। ਆ ਜਦੋਂ ਹੁੰਦਾ ਸਰਕਾਰ ਵੱਡੇ ਵੱਡੇ ਬੰਦਿਆਂ ਨੂੰ ਜਿਨ੍ਹਾਂ ਕੋਲ ਕੋਈ ਕਲਾ ਹੁੰਦੀ ਉਹਨਾਂ ਨੂੰ ਸੱਦ ਕੇ ਪਦਮ ਸ਼੍ਰੀ ਦਾ ਅਵਾਰਡ ਜਾਂ ਕੋਈ ਅਵਾਰਡ ਦਿੰਦੀ ਹੈ। ਉਹ ਬੰਦੇ ਨੇ ਮਿਹਨਤ ਕੀਤੀ, ਸਰਕਾਰ ਫਿਰ ਆਪ ਉਹਨਾਂ ਤੱਕ ਪਹੁੰਚ ਕਰਦੀ ਵੀ ਉਸ ਬੰਦੇ ਨੂੰ ਬੁਲਾਓ ਜੀ, ਉਹਨੂੰ ਆਪਾਂ ਸਤਿਕਾਰ ਦੇਣਾ ਹੈ, ਉਹਨੂੰ ਰੁਤਬਾ ਦੇਣਾ ਹੈ। ਤਾਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਤੁਸੀਂ ਨਾਮ ਜਪੀ ਚਲੋ, ਬਾਣੀ ਪੜ੍ਹੀ ਚਲੋ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਉਹ ਵਾਹਿਗੁਰੂ ਫਿਰ ਆਪਣਾ ਸ਼ਬਦ, ਆਪਣਾ ਹੁਕਮ, ਆਪਣੀ ਬਖਸ਼ਿਸ਼ ਵਰਤਾ ਦਿੰਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਜਿਹਨੂੰ ਵੀ ਕੁਝ ਮਿਲਿਆ ਹੈ, ਭਾਵੇਂ ਸੰਸਾਰਕ ਤੌਰ 'ਤੇ ਭਾਵੇਂ ਰੂਹਾਨੀ ਤੌਰ 'ਤੇ, ਗੁਰੂ ਦੀ ਕਿਰਪਾ ਨਾਲ ਹੀ ਸਭ ਕੁਝ ਮਿਲਦਾ ਹੈ। ਸੋ ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।